ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਐਟ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਹੜੇ ਕੈਂਡੀਡੇਟਾਂ ਨੇ ਇਸ ਵਾਰ BPT 2024 ਦਾ ਪੇਪਰ ਦੇਣਾ ਹੈ, ਉਹਨਾਂ ਵਿੱਚੋਂ ਕੁਝ ਕੈਂਡੀਡੇਟ ਬਾਰ-ਬਾਰ ਜਿਹੜੇ ਇਹ ਸਵਾਲ ਪੁੱਛ ਰਹੇ ਹਨ ਕਿ ਸਿਲੇਬਸ ਕਦੋਂ ਜਾਰੀ ਹੋਵੇਗਾ, ਪੇਪਰ ਕਦੋਂ ਹੋਵੇਗਾ। ਠੀਕ ਹੈ, ਇਹ ਕੁਐਸਚਨ ਜ਼ਿਆਦਾਤਰ ਕੈਂਡੀਡੇਟਾਂ ਦੇ ਇਹੀ ਰਿਪੀਟਡ ਕੁਐਸਚਨ ਨੇ। ਇਸ ਕਰਕੇ ਅਸੀਂ ਸੋਚਿਆ ਕਿ ਇਸ ਉੱਤੇ ਵੀਡੀਓ ਜ਼ਰੂਰ ਬਣਾਈ ਜਾਵੇ, ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣ। ਅਤੇ ਇਸ ਤੋਂ ਇਲਾਵਾ ਇੱਕ ਜ਼ਰੂਰੀ ਗੱਲ ਕਿ ਪੇਪਰ ਦੀ ਤਿਆਰੀ ਤੁਸੀਂ ਕਿਵੇਂ ਸ਼ੁਰੂ ਕਰ ਸਕਦੇ ਹੋ ਜਿਹੜੇ ਨਵੇਂ ਕੈਂਡੀਡੇਟ ਹਨ। ਠੀਕ ਹੈ, ਪੁਰਾਣੇ ਕੈਂਡੀਡੇਟ ਤਾਂ ਲਗਭਗ ਜਿਨ੍ਹਾਂ ਦੀ ਤਿਆਰੀ ਹੋ ਚੁੱਕੀ ਹੈ ਉਹਨਾਂ ਨੂੰ ਪਤਾ ਹੀ ਹੈ। ਨਵੇਂ ਕੈਂਡੀਡੇਟ ਹੈ ਜਿਹੜੇ ਤੁਸੀਂ ਕਿਵੇਂ ਤਿਆਰੀ ਸ਼ੁਰੂ ਕਰ ਸਕਦੇ ਹੋ, ਜਾਂ ਫਿਰ ਪੁਰਾਣੇ ਕੈਂਡੀਡੇਟ ਵੀ ਜਿਹੜੇ ਫਰੈਸ਼ ਤਿਆਰੀ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਕੁਝ ਗੱਲਾਂ ਜਿਹੜੀਆਂ ਕਿ ਬਹੁਤ ਧਿਆਨ ਰੱਖਣਾ ਜਿਹਨਾਂ ਦਾ ਜ਼ਰੂਰੀ ਹੈ। ਠੀਕ ਹੈ, ਉਹ ਆਪਾਂ ਇਸ ਵਿੱਚ ਅੱਜ ਵੀਡੀਓ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਸਿਲੇਬਸ ਕਦੋਂ ਜਾਰੀ ਹੋਵੇਗਾ। ਦੇਖੋ ਸਿਲੇਬਸ ਹੈ ਜਿਹੜਾ ਤੁਹਾਡੇ ਡਿਪਾਰਟਮੈਂਟ ਨੇ ਜਾਰੀ ਕਰਨਾ ਹੈ। ਠੀਕ ਹੈ, ਇਸ ਕਰਕੇ ਇਸ ਦਾ ਆਪਾਂ ਨੂੰ ਹਲੇ ਕੋਈ ਵੀ ਆਈਡੀਆ ਨਹੀਂ ਸੀ। ਪਿਛਲੇ ਕੁਝ ਦਿਨਾਂ 'ਚ ਪਹਿਲਾਂ ਜਿੰਨੀ ਕੁ ਸਾਨੂੰ ਸੁਣਨ ਵਿੱਚ ਆਇਆ ਸੀਗਾ, ਲੱਗ ਰਿਹਾ ਸੀਗਾ ਕਿ ਸਿਲੇਬਸ ਜਲਦੀ ਜਾਰੀ ਹੋ ਜਾਵੇਗਾ, ਪਰੰਤੂ ਉਸ ਤੋਂ ਬਾਅਦ ਵੀ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਸਮਾਂ ਲੰਘ ਚੁੱਕਾ ਹੈ, ਹਾਲੇ ਤੱਕ ਸਿਲੇਬਸ ਤੁਹਾਡਾ ਜਾਰੀ ਨਹੀਂ ਹੋਇਆ। ਪਹਿਲਾਂ ਤੁਹਾਡੇ ਸਰਪੰਚੀ ਦੀਆਂ ਚੋਣਾਂ ਆ ਗਈਆਂ। ਠੀਕ ਹੈ, ਉਸ ਤੋਂ ਬਾਅਦ ਹੁਣ ਤੁਹਾਡੀਆਂ ਜ਼ਿਮਨੀ ਚੋਣਾਂ ਆ ਗਈਆਂ ਨੇ। ਠੀਕ ਹੈ, ਮੰਨ ਕੇ ਚੱਲੋ ਕਿ ਇਹ ਵੀ ਤਕਰੀਬਨ ਮਹੀਨਾ ਤੁਹਾਡਾ ਲੰਘ ਜਾਵੇਗਾ। ਠੀਕ ਹੈ, ਮਤਲਬ ਕਿ ਸਿਲੇਬਸ ਹੈ ਜਿਹੜਾ ਉਹ ਡਿਪਾਰਟਮੈਂਟ 'ਤੇ ਛੱਡ ਦਿਓ, ਸਿਲੇਬਸ ਕਦੋਂ ਜਾਰੀ ਹੋਵੇਗਾ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਤੁਹਾਡਾ ਜਿਹੜਾ ਲਾਅ ਚੇਂਜ ਹੋ ਚੁੱਕਿਆ ਹੈ। ਠੀਕ ਹੈ, ਨਵੇਂ ਸਿਲੇਬਸ ਅਨੁਸਾਰ ਜਿਸ ਤਰ੍ਹਾਂ ਤੁਹਾਡਾ ਚੰਡੀਗੜ੍ਹ ਪੁਲਿਸ ਦਾ ਜਿਹੜਾ ਪੇਪਰ ਹੋਇਆ ਹੈ, ਲਗਭਗ ਉਸੇ ਦੇ ਨੇੜੇ ਤੇੜੇ ਜਿਹੜਾ ਤੁਹਾਡਾ ਸਿਲੇਬਸ ਵੀ ਰਹਿ ਸਕਦਾ ਹੈ, ਜਾਂ ਫਿਰ ਜਿਵੇਂ ਦਾ ਤੁਹਾਡਾ ਪੁਰਾਣਾ ਸਿਲੇਬਸ ਸੀਗਾ। ਠੀਕ ਹੈ, ਚੰਡੀਗੜ੍ਹ ਪੁਲਿਸ ਵਿੱਚ ਕੁਝ ਐਕਟ ਜਿਹੜੇ NDPS ਵਗੈਰਾ ਕੁਝ ਹੋਰ ਐਕਟ ਸੀਗੇ ਉਹ ਦਿੱਤੇ ਹੋਏ ਸੀ, ਉਹਨਾਂ ਨੂੰ ਛੱਡ ਕੇ ਜਿਵੇਂ ਦਾ ਚੰਡੀਗੜ੍ਹ ਪੁਲਿਸ ਦਾ ਤੁਹਾਡਾ BNS BNSS PPR ਉਹ ਸਿਲੇਬਸ ਹੈ ਜਿਹੜਾ, ਜਾਂ ਤੁਸੀਂ ਕਹਿ ਸਕਦੇ ਹੋ ਜਿਹੜਾ ਤੁਹਾਡਾ BPT 2023 ਦਾ ਪਿਛਲਾ ਸਿਲੇਬਸ ਸੀਗਾ, ਲਗਭਗ ਜਿਹੜਾ ਤੁਹਾਡਾ ਸਿਲੇਬਸ ਹੈ ਉਸੇ ਦੀ ਤਰਜ਼ ਉੱਤੇ ਰਹਿਣ ਵਾਲਾ ਹੈ। ਠੀਕ ਹੈ, ਜ਼ਿਆਦਾ ਚੇਂਜ ਨਹੀਂ ਹੋਵੇਗਾ। ਆਪਾਂ ਮੰਨ ਕੇ ਚੱਲੋ ਕਿ 20% ਚੇਂਜ ਹੋ ਸਕਦਾ ਹੈ, ਬਾਕੀ 80% ਜਿਹੜਾ ਉਹੀ ਰਹੇਗਾ। ਠੀਕ ਹੈ, ਹੁਣ ਪੇਪਰ ਦੇਖੋ, ਸਭ ਤੋਂ ਪਹਿਲਾਂ ਤਾਂ ਇਹੀ ਹੁਣ ਦੇਖਿਆ ਜਾਵੇਗਾ ਸਿਲੇਬਸ ਕਦੋਂ ਜਾਰੀ ਹੁੰਦਾ ਹੈ। ਠੀਕ ਹੈ, ਡਿਪਾਰਟਮੈਂਟ ਨੂੰ ਇੰਨਾ ਕੁ ਤਾਂ ਚਾਹੀਦਾ ਹੈ। ਪਿਛਲੀ ਵਾਰ ਕੀ ਹੋਇਆ ਸੀ, ਤੁਹਾਡਾ ਜਦੋਂ ਉਹਨਾਂ ਨੇ ਪੇਪਰ ਦੀ ਤਰੀਕ ਅਨਾਊਂਸ ਕੀਤੀ ਸੀ, ਠੀਕ ਹੈ, ਤਾਂ ਉਸ ਤੋਂ ਬਾਅਦ 40 ਦਿਨ ਬਾਅਦ ਤੁਹਾਡਾ ਪੇਪਰ ਸੀ। ਠੀਕ ਹੈ, ਪਰੰਤੂ ਇਸ ਵਾਰ ਜਿਹੜਾ ਸਿਲੇਬਸ ਚੇਂਜ ਹੋਣ ਕਰਕੇ ਤਕਰੀਬਨ ਡਿਪਾਰਟਮੈਂਟ ਨੂੰ 60 ਤੋਂ 80 ਦਿਨ ਦੇਣੇ ਜਿਹੜੇ ਬਣਦੇ ਆ ਇੱਥੇ। ਠੀਕ ਹੈ, ਕਿ ਮੰਨ ਕੇ ਚੱਲੋ ਤੁਹਾਡਾ ਜਦੋਂ ਉਹਨਾਂ ਨੇ ਅਨਾਊਂਸ ਕੀਤਾ, ਸਿਲੇਬਸ ਜਾਰੀ ਕੀਤਾ, ਤਾਂ 2 ਮਹੀਨੇ ਦਾ ਮੰਨ ਕੇ ਚੱਲੋ ਇੰਨੇ ਕੁ ਤਾਂ ਦੇਣੇ ਡਿਪਾਰਟਮੈਂਟ ਨੂੰ ਬਣਦੇ ਆ। ਬਾਕੀ ਇਹ ਡਿਪਾਰਟਮੈਂਟ 'ਤੇ ਹੀ ਡਿਪੈਂਡ ਕਰਦਾ ਹੈ ਕਿ ਉਹ ਕਿੰਨੇ ਕੁ ਮਹੀਨੇ ਤੁਹਾਨੂੰ ਦੇਣਗੇ, ਜਾਂ ਕਿੰਨਾ ਟਾਈਮ ਤੁਹਾਨੂੰ ਜਿਹੜਾ ਉਹ ਪੇਪਰ ਨੂੰ ਮਤਲਬ ਕਿ ਸਿਲੇਬਸ ਦੀ ਤਰੀਕ ਜਾਰੀ ਹੋਣ ਤੋਂ ਬਾਅਦ ਦੇਣਗੇ। ਠੀਕ ਹੈ, ਜਿੰਨਾ ਕੁ ਸਾਨੂੰ ਆਈਡੀਆ ਲੱਗ ਰਿਹਾ ਹੈ, ਇਹ ਜਿਹੜਾ ਤੁਹਾਡਾ ਪੇਪਰ ਹੈ ਹੁਣ ਦਸੰਬਰ ਦੇ ਲਾਸਟ ਜਾਂ ਜਨਵਰੀ ਦੀ ਸ਼ੁਰੂਆਤ, ਕੁਛ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਹਾਲੇ ਤੱਕ ਕੋਈ ਸਿਲੇਬਸ ਜਾਰੀ ਨਹੀਂ ਹੋਇਆ। ਇਸ ਕਰਕੇ ਤੁਸੀਂ ਮੰਨ ਕੇ ਚੱਲੋ ਦਸੰਬਰ ਐਂਡ ਜਾਂ ਜਨਵਰੀ ਦੇ ਮਹੀਨੇ ਵਿੱਚ ਤੁਹਾਡਾ ਜਿਹੜਾ ਪੇਪਰ ਹੈ ਸ਼ਾਇਦ ਹੋ ਸਕਦਾ ਹੈ। ਇਹ ਵੀ ਅਸੀਂ ਸ਼ਾਇਦ ਹੈ, ਕੋਈ ਸਾਡਾ ਪੱਕਾ ਨਹੀਂ। ਅਸੀਂ ਸਿਰਫ ਮਤਲਬ ਕਿ ਜੋ ਆਪਾਂ ਕਿਆਸ ਲਗਾ ਸਕਦੇ ਹਾਂ ਕਿ ਜਿਵੇਂ ਦਾ ਮਾਹੌਲ ਬਣ ਰਿਹਾ, ਹੁਣ ਇਲੈਕਸ਼ਨ ਖਤਮ ਹੋ ਜਾਣਗੇ ਦਸੰਬਰ ਜਨਵਰੀ 'ਚ, ਕੋਈ ਹੋਰ ਇੱਦਾਂ ਦੀ ਕੋਈ ਡਿਊਟੀ ਨਹੀਂ ਹੈ, ਖਾਸ ਇਲੈਕਸ਼ਨ ਨਹੀਂ ਹੈ, ਕੁਝ ਨਹੀਂ ਹੈ। ਠੀਕ ਹੈ, ਹੋ ਸਕਦਾ ਕਿ ਉਹਨਾਂ ਮਹੀਨਿਆਂ ਵਿੱਚ ਜਿਹੜਾ ਤੁਹਾਡੇ ਪੇਪਰ ਹੈ ਉਹ ਕੰਡਕਟ ਕਰਵਾਇਆ ਜਾ ਸਕਦਾ ਹੈ। ਠੀਕ ਹੈ, ਬਾਕੀ ਇਹ ਟੋਟਲੀ ਡਿਪਾਰਟਮੈਂਟ 'ਤੇ ਡਿਪੈਂਡ ਕਰਦਾ ਹੈ ਕਿ ਕਦੋਂ ਸਿਲੇਬਸ ਜਾਰੀ ਹੋਵੇਗਾ, ਕਦੋਂ ਪੇਪਰ ਦੀ ਤਾਰੀਖ ਆਵੇਗੀ। ਆਪਣੇ ਹੱਥ ਵਿੱਚ ਕੀ ਹੈ, ਆਪਾਂ ਉਹ ਗੱਲ ਕਰਦੇ ਹਾਂ ਕਿ ਆਪਾਂ ਕੀ ਕਰ ਸਕਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਜਿੰਨੇ ਵੀ ਨਵੇਂ ਕੈਂਡੀਡੇਟ ਹੋ, ਦੇਖੋ ਆਪਾਂ ਤੁਹਾਡੇ ਪੇਪਰ ਸਾਰੇ ਐਨਾਲਾਈਜ਼ ਕਰੇ ਤੇ। ਠੀਕ ਹੈ, ਜਿੰਨੇ ਵੀ ਤੁਹਾਡੇ ਪੁਰਾਣੇ ਪੇਪਰ ਹੈ, 2016 ਵਿੱਚ ਪੇਪਰ ਹੋਇਆ, 2017 ਵਿੱਚ, 18 ਵਿੱਚ, ਠੀਕ ਹੈ, 23 ਵਿੱਚ। ਠੀਕ ਹੈ, ਇਹ ਜਿਹੜੇ ਸਾਰੇ ਪੇਪਰ ਹੈ, ਸਾਰੇ ਦੇ ਸਾਰੇ ਜਿੰਨਾ ਕੁ ਮਤਲਬ ਐਨਾਲਾਈਜ਼ ਕਰਨ ਤੋਂ ਇਹਨਾਂ ਨੂੰ ਪਤਾ ਲੱਗਿਆ ਹੈ ਕਿ ਇਹਨਾਂ ਵਿੱਚ ਤਕਰੀਬਨ ਇੱਕੇ ਗੱਲ ਜਿਹੜੀ ਕਾਮਨ ਹੈ ਕਿ ਇਹਨਾਂ ਵਿੱਚ ਜਿਹੜੇ ਹੈਡਿੰਗਸ ਵਿੱਚੋਂ ਤੁਹਾਡਾ 60 ਤੋਂ 70% ਪੇਪਰ ਜਿਹੜਾ ਕਵਰ ਕੀਤਾ ਹੋਇਆ ਹੈ। ਸਿਰਫ ਇੱਕ ਤੁਹਾਡਾ ਜਿਹੜਾ ਪੇਪਰ ਸੀ 2021 ਵਾਲਾ ਪੇਪਰ ਸੀਗਾ, ਉਹ ਕਾਫੀ ਮਤਲਬ ਕਿ ਇਸ ਤਰੀਕੇ ਨਾਲ ਸੈੱਟ ਕੀਤਾ ਹੋਇਆ ਸੀ ਕਿ ਜਿਹੜਾ ਕੈਂਡੀਡੇਟ ਬਹੁਤ ਡੀਪਲੀ ਜਿਹਨੇ ਸਟੱਡੀ ਕੀਤੀ ਹੋਵੇਗੀ, ਜਿਹਨੇ ਡੈਫੀਨੇਸ਼ਨ ਵਗੈਰਾ ਅੰਦਰ ਜਾ ਕੇ ਪੁਆਇੰਟ ਦੇ ਸਬ ਪੁਆਇੰਟ ਜਿਹੜੇ ਚੰਗੀ ਤਰ੍ਹਾਂ ਯਾਦ ਕੀਤੇ ਹੋਣਗੇ, ਉਹੀ ਉਹ ਕਰ ਸਕਦਾ ਸੀਗਾ। ਠੀਕ ਹੈ, ਪਰੰਤੂ ਜਿਹੜੇ ਉਸ ਤੋਂ ਇਲਾਵਾ ਬਾਕੀ ਪੇਪਰ ਸੀਗੇ ਉਹ ਸਾਰੇ ਦੇ ਸਾਰੇ ਤੁਹਾਡੇ ਇਸ ਤਰ੍ਹਾਂ ਨਾਲ ਸੈੱਟ ਕੀਤੇ ਹੋਏ ਸੀਗੇ ਕਿ ਜ਼ਿਆਦਾਤਰ ਜਿਹੜੇ 60 ਤੋਂ 70% ਜਿਹੜਾ ਤੁਹਾਡਾ ਸਿਲੇਬਸ ਹੈ ਉਹ ਹੈਡਿੰਗਸ ਮਤਲਬ ਕਿ ਮੇਨ ਸੈਕਸ਼ਨ ਵਿੱਚੋਂ ਹੀ ਕਵਰ ਹੋ ਜਾਂਦਾ ਸੀਗਾ। ਠੀਕ ਹੈ, ਹੁਣ ਦੇਖੋ, ਹੁਣ ਜਿਹੜਾ ਤੁਹਾਡਾ ਇਸ ਵਾਰ ਪੇਪਰ ਹੋਣਾ BPT 2024, ਇੱਕ ਤਾਂ ਤੁਹਾਡਾ ਸਿਲੇਬਸ ਚੇਂਜ ਹੋਣਾ ਹੈ। ਠੀਕ ਹੈ, ਸਿਲੇਬਸ ਚੇਂਜ ਹੋਣਾ, ਇੱਕ ਤੁਹਾਡਾ ਨਵਾਂ ਲਾ ਚੇਂਜ ਹੋਇਆ ਹੈ। ਜਿਹੜਾ ਲਾ ਚੇਂਜ ਹੋਇਆ ਹੈ ਉਹਦੀ ਵਜ੍ਹਾ ਕਰਕੇ ਕੀ ਹੋਏਗਾ ਕਿ ਤੁਹਾਡੇ ਜਿਹੜੇ ਸਾਰੇ ਸੈਕਸ਼ਨਸ ਹੈ, ਸਾਰੇ ਹੈਡਿੰਗ ਹੈ ਪੁਰਾਣੇ, ਉਹ ਚੇਂਜ ਹੋ ਚੁੱਕੇ ਨੇ। ਠੀਕ ਹੈ,
ਹੁਣ ਜਿੱਥੇ ਤੱਕ ਸਾਨੂੰ ਲੱਗ ਰਿਹਾ ਹੈ ਕਿ ਜਿਹੜਾ ਤੁਹਾਡਾ ਪੇਪਰ ਸੈੱਟ ਕਰਨ ਵਾਲਾ ਹੋਵੇਗਾ ਉਸ ਨੂੰ ਵੀ ਉਸਦੇ ਦਿਮਾਗ ਵਿੱਚ ਵੀ ਇਹ ਚੀਜ਼ ਜ਼ਰੂਰ ਹੋਵੇਗੀ ਕਿ ਨਵਾਂ ਲਾਏ, ਇਸ ਕਰਕੇ ਪੇਪਰ ਤੁਹਾਡਾ ਇਸ ਵਾਰ ਜ਼ਿਆਦਾ ਜਿਹੜਾ ਔਖਾ ਨਹੀਂ ਹੋਵੇਗਾ ਇੱਥੇ। ਠੀਕ ਹੈ, ਪੇਪਰ ਤੁਹਾਡਾ ਜਿਹੜਾ ਈਜ਼ੀ ਹੀ ਰਹਿਣ ਵਾਲਾ ਹੋਵੇਗਾ, ਕਿਉਂਕਿ ਨਵੇਂ ਸਿਲੇਬਸ ਕਰਕੇ ਸਾਰਾ ਮਤਲਬ ਕਿ ਇੰਨਾ ਜ਼ਿਆਦਾ ਡਿਫੀਕਲਟ ਬਣਾਉਣ ਦਾ ਉਹਨਾਂ ਨੂੰ ਮਤਲਬ ਕਿ ਨਹੀਂ ਪਵੇਗੀ ਲੋੜ, ਕਿਉਂਕਿ ਜੇਕਰ ਉਹ ਸੈਕਸ਼ਨ ਵਿੱਚੋਂ ਜਿਹੜੇ ਤੁਹਾਡੇ ਮੇਨ ਹੈਡਿੰਗਸ ਹੈ, ਜਿਵੇਂ ਕੋਈ ਵੀ ਟੌਪਿਕ ਹੈ ਤੁਹਾਡਾ BNS ਹੋ ਗਿਆ, BNSS ਹੋ ਗਿਆ, PPR ਹੋ ਗਿਆ, ਠੀਕ ਹੈ, ਇਹਨਾਂ ਦੇ ਜਿਹੜੇ ਮੇਨ ਟੌਪਿਕਸ ਹੈ, ਠੀਕ ਹੈ, ਉਹਨਾਂ ਦੇ ਮੇਨ ਹੈਡਿੰਗ ਹੈ, ਠੀਕ ਹੈ, ਹੈਡਿੰਗ ਕਿਹੜੀ ਹੈਡਿੰਗ ਹੈ ਅਤੇ ਉਹਦੀ ਸੈਕਸ਼ਨ ਕਿੰਨੀ ਹੈ, ਠੀਕ ਹੈ, ਮਤਲਬ 60 ਧਾਰਾ ਕੀ ਕਹਿੰਦੀ ਹੈ, 64 ਧਾਰਾ ਕੀ ਕਹਿੰਦੀ ਹੈ, 74 ਧਾਰਾ ਕੀ ਕਹਿੰਦੀ ਹੈ, ਮਤਲਬ ਮੇਨ ਜਿਹੜੀ ਉਹਦੀ ਹੈਡਿੰਗ ਹੈ। ਠੀਕ ਹੈ, ਇਹਨਾਂ ਵਿੱਚੋਂ ਹੀ ਤੁਹਾਡਾ 60 ਤੋਂ 70% ਜਿਹੜਾ ਪੇਪਰ ਹੈ ਉਹ ਕਵਰ ਹੋਣ ਦੇ ਪੂਰੇ ਚਾਂਸ ਹੈ। ਇਸ ਕਰਕੇ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਜਦੋਂ ਤੁਸੀਂ ਤਿਆਰੀ ਸ਼ੁਰੂ ਕਰਨੀ ਹੈ, ਟੌਪਿਕਸ ਜਿਹੜੇ ਪੜ੍ਹਨੇ ਜਿਹੜੇ ਤੁਸੀਂ ਉਹਨਾਂ ਦੇ ਜੇ ਕੋਈ ਮੰਨ ਲਓ ਤੁਸੀਂ ਟੌਪਿਕ ਸ਼ੁਰੂ ਕਰਤਾ, ਮੰਨ ਲਓ ਤੁਸੀਂ BNS ਸ਼ੁਰੂ ਕੀਤਾ, ਤਾਂ ਉਹਦੇ ਹੈਡਿੰਗ ਅਤੇ ਸੈਕਸ਼ਨ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਕਰਨੇ ਸ਼ੁਰੂ ਕਰਨੇ ਆ। ਠੀਕ ਹੈ, ਮੰਨ ਲਓ ਤੁਸੀਂ ਕੋਈ ਵੀ ਟੌਪਿਕ ਸ਼ੁਰੂ ਕੀਤਾ, ਮੰਨ ਲਓ ਤੁਸੀਂ BNS ਸ਼ੁਰੂ ਕੀਤਾ, ਠੀਕ ਹੈ, ਭਾਰਤੀ ਨਿਆਂ ਸੰਹਿਤਾ, ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ, ਉਹਦੇ ਹੈਡਿੰਗ ਅਤੇ ਸੈਕਸ਼ਨ ਕਿਹੜਾ ਹੈ ਉਹ ਯਾਦ ਕਰਨਾ। ਮੰਨ ਲਓ ਠੀਕ ਹੈ, ਜਿਵੇਂ ਮਤਲਬ ਕਿ ਤੁਹਾਨੂੰ ਕੋਈ ਪੁੱਛ ਰਿਹਾ ਕਿ 74 ਧਾਰਾ ਕੀ ਕਹਿੰਦੀ ਹੈ, ਤੁਹਾਨੂੰ ਫਟਾਫਟ ਤੁਹਾਨੂੰ ਪਤਾ ਹੋਵੇ 74 ਧਾਰਾ ਵਿੱਚ ਇਹ ਹੈ। ਠੀਕ ਹੈ, ਮਤਲਬ ਮੇਨ ਹੈਡਿੰਗ ਅਤੇ ਉਹਦਾ ਸੈਕਸ਼ਨ ਸਭ ਤੋਂ ਪਹਿਲਾ ਕੰਮ ਤੁਹਾਡਾ ਇਹੀ ਹੋਵੇਗਾ, ਤੁਸੀਂ ਇਹ ਯਾਦ ਕਰਨਾ। ਇਹਦੇ ਨਾਲ ਕੀ ਹੋਵੇਗਾ ਕਿ ਤੁਹਾਡਾ ਇੱਕ ਤਾਂ ਕੌਨਫੀਡੈਂਸ ਵਧੇਗਾ। ਠੀਕ ਹੈ, ਜਦੋਂ ਮਤਲਬ ਕਿ ਤੁਸੀਂ ਸਾਰੇ ਟੌਪਿਕ ਦੇ ਜਿੰਨੇ ਵੀ ਤੁਹਾਡੇ BNS, BNSS, PPR, BSA, ਪੁਲਿਸ ਐਕਟ ਸਾਰਿਆਂ ਦੇ ਹੈਡਿੰਗ ਅਤੇ ਸੈਕਸ਼ਨ ਯਾਦ ਕਰ ਲਏ, ਤੁਹਾਨੂੰ ਆਪਣੇ ਆਪ ਵਿੱਚ ਜਿਹੜਾ ਆਤਮ ਵਿਸ਼ਵਾਸ ਵੱਧ ਜਾਵੇਗਾ ਕਿ ਤੁਸੀਂ ਲਗਭਗ ਸਾਰਾ ਸਿਲੇਬਸ ਕਵਰ ਕਰ ਲਿਆ। ਠੀਕ ਹੈ, ਇੰਨੇ ਨਾਲ ਤੁਹਾਡਾ ਕੀ ਹੋ ਜਾਵੇਗਾ, 60% ਜਿਹੜਾ ਸਿਲੇਬਸ ਹੈ ਉਹ ਕਵਰ ਹੋ ਜਾਵੇਗਾ। ਠੀਕ ਹੈ, ਇਸ ਕਰਕੇ ਸਭ ਤੋਂ ਪਹਿਲਾ ਕੰਮ ਜਿਨ੍ਹਾਂ ਨੇ ਵੀ ਤਿਆਰੀ ਸ਼ੁਰੂ ਕਰਨੀ ਹੈ ਤੁਹਾਡਾ ਇਹੀ ਹੋਣਾ ਚਾਹੀਦਾ ਕਿ ਕੋਈ ਵੀ ਟੌਪਿਕ ਸ਼ੁਰੂ ਕਰੋ, ਠੀਕ ਹੈ, ਇੱਕ ਇੱਕ ਕਰਕੇ ਸਾਰੇ ਹੀ ਟੌਪਿਕਾਂ ਦੇ ਹੈਡਿੰਗ ਅਤੇ ਉਹਨਾਂ ਦੇ ਸੈਕਸ਼ਨ ਕੀ ਕਹਿੰਦੇ ਨੇ, ਤੁਸੀਂ ਇਹ ਚੀਜ਼ ਜਿਹੜੀ ਹੈ ਇਹ ਸਭ ਤੋਂ ਪਹਿਲਾਂ ਤੁਸੀਂ ਯਾਦ ਕਰਨੀ ਹੈ। ਠੀਕ ਹੈ, ਹੁਣ ਜਿਹੜੇ ਹੈਡਿੰਗ ਅਤੇ ਸੈਕਸ਼ਨ ਤੁਸੀਂ ਯਾਦ ਕਰਨੇ ਆ, ਇਹ ਵੀ ਨਹੀਂ ਹੈ ਕਿ ਤੁਸੀਂ ਇੱਕ ਦਿਨ 'ਚ ਯਾਦ ਕਰ ਸਕਦੇ ਹੋ। ਠੀਕ ਹੈ, ਇੱਕ ਦਿਨ 'ਚ ਰੱਟਾ ਲਗਾਓਗੇ ਉਹ ਵੀ ਭੁੱਲ ਜਾਏਗਾ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਤੁਸੀਂ ਇਹਨਾਂ ਨੂੰ ਲੰਬਾ ਟਾਈਮ ਦੇਣਾ ਹੈ। ਠੀਕ ਹੈ, ਮੰਨ ਲਓ ਜਿਹੜੇ ਤਾਂ ਪੁਰਾਣੇ ਕੈਂਡੀਡੇਟ ਹੈ, ਜਿਹੜੇ ਪਹਿਲਾਂ ਵੀ ਤਿਆਰੀ ਕਰ ਰਹੇ ਨੇ, ਉਹ ਲਗਭਗ 20 ਤੋਂ 25 ਦਿਨ ਦੇ ਸਕਦੇ ਆ। ਠੀਕ ਹੈ, ਨਵੇਂ ਕੈਂਡੀਡੇਟ ਜਿਹੜੇ ਇਸ ਨੂੰ 40 ਤੋਂ 45 ਦਿਨ ਦੇ ਸਕਦੇ ਆ। ਤੁਸੀਂ ਕੀ ਕਰੋ, ਠੀਕ ਹੈ, ਰੋਜ਼ ਸਵੇਰੇ ਜਦੋਂ ਵੀ ਤੁਸੀਂ ਉੱਠਦੇ ਹੋ, ਠੀਕ ਹੈ, ਆਪਣਾ ਤੁਸੀਂ ਮਤਲਬ ਕਿ ਸਵੇਰੇ ਇੱਦਾਂ ਸੋਚ ਲਓ ਕਿ ਅੱਧਾ ਘੰਟਾ ਪਹਿਲਾਂ ਉੱਠ ਜਾਵੋ। ਦੇਖੋ ਪੇਪਰ ਤੁਸੀਂ ਕਲੀਅਰ ਕਰਨਾ ਤਾਂ ਤੁਹਾਨੂੰ ਥੋੜ੍ਹੀ ਜਿਹੀ ਆਪਣੇ ਆਪ ਨੂੰ ਮੁਸ਼ੱਕਤ ਹੈ ਜਿਹੜੀ ਦੇਣੀ ਪੈਣੀ ਹੈ। ਠੀਕ ਹੈ, ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਦਾ ਜਿੰਨਾ ਵੀ ਹੈਗਾ ਇਹਦਾ ਤੁਹਾਡਾ ਪੇਪਰ ਦਾ ਮਤਲਬ ਕਿ ਕਿੰਨਾ ਲੈਵਲ ਹੋ ਜਾਂਦਾ ਹੈ ਕਿ ਕੈਂਡੀਡੇਟ ਬਹੁਤ ਜ਼ਿਆਦਾ ਹੋ ਜਾਂਦੇ ਆ ਅਤੇ ਇੱਕ ਨੰਬਰ ਦੇ ਪਿੱਛੇ ਇੱਕ ਦੋ ਨੰਬਰਾਂ ਦੇ ਪਿੱਛੇ ਜਿਹੜੇ ਕੈਂਡੀਡੇਟ ਹੈ ਰਹਿ ਜਾਂਦੇ ਆ। ਠੀਕ ਹੈ, ਜਿੰਨਾ ਇਹਦੇ ਵਿੱਚ ਤੁਸੀਂ ਆਪਣੀ ਮਿਹਨਤ ਕਰੋਗੇ ਉਨਾ ਹੀ ਤੁਹਾਡੇ ਜਿਹੜੇ ਸਕਸੈਸ ਹੋਣ ਦੇ ਚਾਂਸਿਸ ਜਿਹੜੇ ਜ਼ਿਆਦਾ ਹੋਣਗੇ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਸਵੇਰੇ ਉੱਠਦੇ ਸਾਰ ਇਹ ਰੂਟੀਨ ਬਣਾ ਲਓ ਹੁਣ ਆਉਣ ਵਾਲੇ ਦਿਨਾਂ ਵਿੱਚ। ਠੀਕ ਹੈ, ਕਿ ਅੱਧਾ ਘੰਟਾ ਤੁਸੀਂ ਇਸ ਚੀਜ਼ ਨੂੰ ਦੇਣਾ। ਠੀਕ ਹੈ, ਅੱਧੇ ਘੰਟੇ ਵਿੱਚ ਤੁਸੀਂ ਸਾਰੇ ਹੀ ਜਿਵੇਂ BNS, BNSS ਜਿੰਨੇ ਵੀ ਟੌਪਿਕ ਹੈ ਸਾਰਿਆਂ ਦੇ ਹੈਡਿੰਗ ਅਤੇ ਸੈਕਸ਼ਨ ਵਾਈਜ਼ ਜ਼ਰੂਰ ਪੜ੍ਹੋ। ਤੁਸੀਂ ਉਹਨਾਂ ਨੂੰ ਆਏ ਨਾ ਸੋਚੋ ਵੀ ਯਾਦ ਕਰਨਾ ਪਹਿਲੇ ਦਿਨ, ਤੁਸੀਂ ਪਹਿਲੇ 5-7 ਦਿਨ ਤੁਸੀਂ ਸਿਰਫ ਰੀਡ ਕਰੋ। ਠੀਕ ਹੈ, ਰੀਡ ਕਰਨਾ ਸ਼ੁਰੂ ਕਰੋ। ਦੇਖੋ ਪਹਿਲੇ 5-7 ਦਿਨ ਤੁਸੀਂ ਰੀਡ ਕਰੋਗੇ, ਅਗਲੇ 5-7 ਦਿਨ ਤੁਸੀਂ ਜਦੋਂ ਉਹਨਾਂ ਨੂੰ ਰਿਪੀਟ ਕਰਨੇ ਦੀ ਕੋਸ਼ਿਸ਼ ਕਰੋਗੇ ਤੁਹਾਡੇ ਕੁਝ ਯਾਦ ਹੋ ਜਾਣਗੇ। ਠੀਕ ਹੈ, ਮਤਲਬ ਇੱਦਾਂ ਕਰਕੇ ਜਦੋਂ ਤੁਸੀਂ 20-25 ਦਿਨ ਵਿੱਚ ਪਹੁੰਚ ਜਾਓਗੇ ਤਾਂ ਤੁਹਾਨੂੰ ਮਤਲਬ ਕਿ ਆਪਣੇ ਆਪ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੇ ਯਾਦ ਹੋ ਰਹੇ ਹੈ। ਠੀਕ ਹੈ, ਤੁਸੀਂ ਰਿਪੀਟ ਕਰੋ। ਫਿਰ ਉਸ ਤੋਂ ਇਲਾਵਾ ਜਦੋਂ ਵੀ ਤੁਹਾਨੂੰ ਦਿਨ ਵਿੱਚ ਕਦੇ ਵੀ ਟਾਈਮ ਮਿਲਦਾ, ਫੋਨ ਤੁਹਾਡੇ ਕੋਲ ਤੁਹਾਡੇ ਹੱਥ ਵਿੱਚ ਹੁੰਦਾ ਹੈ। ਠੀਕ ਹੈ, ਕੋਈ ਵੀ ਸ਼ੁਰੂ ਕਰ ਲਓ ਇੱਕ, ਜਦੋਂ ਤੁਸੀਂ ਵਿਹਲੇ ਬੈਠੇ ਹੋ ਉਦੋਂ ਆਪਣੇ ਚਾਹੇ ਮਾਈਂਡ ਵਿੱਚ ਰੀਡ ਕਰਨਾ ਸ਼ੁਰੂ ਕਰ ਦਿਓ ਜਾਂ ਆਪਣਾ ਫੋਨ ਕੱਢ ਲਵੋ ਜਿਵੇਂ। ਠੀਕ ਹੈ, ਟਰਾਈ ਕਰਿਆ ਕਰੋ ਕਿ ਆਪਣੇ ਆਪ ਸੋਚੋ, ਜਿਵੇਂ ਪਹਿਲੇ ਤੋਂ ਸ਼ੁਰੂ ਕਰ ਦਿਓ ਕਿ ਪਹਿਲਾ ਆ ਹੈ, ਦੂਜਾ ਇਹ ਹੈ, ਤੀਜਾ ਇਹ ਹੈ। ਠੀਕ ਹੈ, ਜੇ ਤੁਹਾਨੂੰ ਨਹੀਂ ਵਿੱਚੋਂ ਕੁਝ ਮਿਸ ਹੁੰਦਾ, ਜੇ ਕੋਈ ਨਹੀਂ ਪਤਾ ਲੱਗਦਾ, ਫੋਨ ਖੋਲ੍ਹੋ, ਉਹਨੂੰ ਦੇਖ ਲਓ ਇਹ ਕੀ ਚੀਜ਼ ਹੈ। ਮਤਲਬ ਜਦੋਂ ਤੁਸੀਂ 10-15 ਦਿਨ ਇਹ ਰੂਟੀਨ ਵਿੱਚ ਪੜ੍ਹ ਲਿਆ, ਉਸ ਤੋਂ ਬਾਅਦ ਪ੍ਰੈਕਟਿਸ ਕਰੋ ਕਿ ਜਵਾਨੀ ਉਸ ਨੂੰ ਕਰਨ ਦੀ ਕੋਸ਼ਿਸ਼ ਕਰੋ। ਜੋ ਵਿੱਚੋਂ ਮਿਸ ਹੁੰਦਾ ਹੈ ਉਹਨੂੰ ਦੇਖ ਲਿਆ ਕਰੋ, ਦੁਬਾਰਾ ਫਿਰ ਜਵਾਨੀ ਸ਼ੁਰੂ ਕਰ ਦੇਵੋ। ਠੀਕ ਹੈ, ਇੱਦਾਂ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਤਰ੍ਹਾਂ ਨਾਲ ਤੁਹਾਡਾ ਮਤਲਬ ਕਿ ਚੰਗੀ ਤਰ੍ਹਾਂ ਤੁਹਾਡਾ ਇੱਕ ਰੱਟਾ ਹੀ ਕਹਿ ਲਓ। ਠੀਕ ਹੈ, ਰੱਟਾ ਲੱਗ ਜਾਵੇਗਾ। ਜਦੋਂ ਤੁਹਾਡਾ ਹੈਡਿੰਗ ਅਤੇ ਸੈਕਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਸਿੱਖ ਲਏ ਤਾਂ ਤੁਹਾਡਾ ਮਤਲਬ ਕਿ ਐਂ ਸਮਝ ਲਓ 60 ਤੋਂ 70% ਜਿਹੜਾ ਸਿਲੇਬਸ ਕਵਰ ਹੋ ਗਿਆ। ਠੀਕ ਹੈ, ਸਾਰੇ ਹੀ ਕੈਂਡੀਡੇਟਾਂ ਨੇ ਹੁਣ ਇਹੀ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਹੈਡਿੰਗ ਅਤੇ ਸੈਕਸ਼ਨ ਉੱਤੇ ਧਿਆਨ ਦੇਣਾ ਹੈ। ਜਦੋਂ ਤੁਹਾਡੀ ਹੈਡਿੰਗ ਅਤੇ ਸੈਕਸ਼ਨ ਸਾਰੇ ਰੂਟੀਨ ਵਿੱਚ ਜਿਹੜੇ ਯਾਦ ਹੋ ਕੇ, ਉਸ ਤੋਂ ਬਾਅਦ ਫਿਰ ਆਪਾਂ ਨੇ ਅੱਗੇ ਜਿਹੜਾ ਹਰੇਕ ਸੈਕਸ਼ਨ ਦੇ ਜਿਹੜੇ ਸਬ ਸੈਕਸ਼ਨ ਹੈ ਡੀਪਲੀ ਉਹ ਚੰਗੀ ਤਰ੍ਹਾਂ ਪੜ੍ਹਨੇ ਆ। ਕਿਉਂਕਿ ਜਦੋਂ ਤੱਕ ਤੁਹਾਨੂੰ ਹੈਡਿੰਗਸ ਹੀ ਨਹੀਂ ਆਉਂਦੇ ਹੈਗੇ ਉਦੋਂ ਤੱਕ ਅੱਗੇ ਸਬ ਸੈਕਸ਼ਨ, ਅੱਗੇ ਉਹਦੇ ਪੁਆਇੰਟ ਵਾਈਜ਼ ਕੀ ਡਿਟੇਲ ਹੈ, ਅੱਗੇ ਉਹਦੀ ਡੈਫੀਨੇਸ਼ਨ ਕੀ ਹੈ, ਉਹ ਯਾਦ ਕਰਨ ਦਾ ਫਾਇਦਾ ਨਹੀਂ ਹੈ। ਪਹਿਲਾਂ ਤੁਸੀਂ ਸਾਰੇ ਹੈਡਿੰਗ ਅਤੇ ਸੈਕਸ਼ਨ ਚੰਗੀ ਤਰ੍ਹਾਂ ਯਾਦ ਕਰੋ,
ਫਿਰ ਉਹਨੂੰ ਅੱਗੇ ਡਿਟੇਲ ਵਿੱਚ ਪੜ੍ਹਨਾ ਹੈ ਆਪਾਂ ਨੇ, ਠੀਕ ਹੈ। ਫਿਰ ਜਦੋਂ ਮਤਲਬ ਤੁਹਾਡੇ ਬਿਲਕੁਲ ਹੈਡਿੰਗ ਅਤੇ ਸੈਕਸ਼ਨ ਟਿਪਸ 'ਤੇ ਹੋ ਗਏ, ਠੀਕ ਹੈ, ਮਤਲਬ ਤੁਹਾਨੂੰ ਕਿਸੇ ਨੇ ਪੁੱਛਿਆ, ਤੁਹਾਨੂੰ ਇੱਕਦਮ ਹਰੇਕ ਦਾ ਆਨਸਰ ਆਉਂਦਾ ਹੈ, ਤਾਂ ਫਿਰ ਤੁਸੀਂ ਅੱਗੇ ਉਹਨੂੰ ਡੀਪਲੀ ਨਾਲ ਸ਼ੁਰੂ ਕਰ ਦਿਓ, ਠੀਕ ਹੈ। ਡੀਪਲੀ ਮਤਲਬ ਕੀ ਹੈ, ਅੱਗੇ ਹਰੇਕ ਸੈਕਸ਼ਨ ਦੇ ਸਬ ਸੈਕਸ਼ਨ 'ਚ ਕੀ ਹੈ, ਠੀਕ ਹੈ, ਅੱਗੇ ਇੱਕ ਸੈਕਸ਼ਨ ਦੇ ਅੱਗੇ ਕਿੰਨੇ ਪੁਆਇੰਟ ਬਣਦੇ ਆ, ਠੀਕ ਹੈ। ਇਸ ਤਰ੍ਹਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਿਹੜੇ ਇਹ ਯਾਦ ਕਰਨੇ ਆ, ਠੀਕ ਹੈ। ਮੰਨ ਕੇ ਚੱਲੋ ਇਹ ਤੁਸੀਂ ਸਾਰੇ ਪ੍ਰੋਸੈਸ ਨੂੰ 2 ਮਹੀਨੇ ਦਾ ਸਮਾਂ ਲਗਾ ਲਓ, ਠੀਕ ਹੈ। ਅੱਜ ਤੋਂ ਤੁਸੀਂ ਸ਼ੁਰੂ ਕਰ ਦਿਓ ਕਿ 2 ਮਹੀਨੇ ਦੇ ਵਿੱਚ ਤੁਸੀਂ ਸਿਲੇਬਸ ਕਵਰ ਕਰਨਾ ਹੈ, ਠੀਕ ਹੈ। ਹਾਲੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਹਾਂ, ਠੀਕ ਹੈ। ਦੇਖੋ ਹਾਲੇ ਤੁਹਾਡਾ ਸਿਲੇਬਸ ਨਹੀਂ ਆਇਆ ਹੈਗਾ, ਉਹਨਾਂ ਨੇ ਫਾਈਨਲ ਕੀਤਾ ਹੈ। ਤੁਸੀਂ ਕੀ ਕਰ ਸਕਦੇ ਹੋ, ਜੋ ਤੁਹਾਡਾ ਪੁਰਾਣਾ ਸਿਲੇਬਸ ਹੈ ਉਹਦੇ ਅਕੋਰਡਿੰਗਲੀ ਤੁਸੀਂ ਸ਼ੁਰੂ ਕਰ ਸਕਦੇ ਹੋ, ਠੀਕ ਹੈ। ਪੁਰਾਣੇ ਸਿਲੇਬਸ ਦੇ ਅਕੋਰਡਿੰਗਲੀ ਤੁਸੀਂ ਸ਼ੁਰੂ ਕਰ ਸਕਦੇ ਹੋ, ਠੀਕ ਹੈ, ਕਿਉਂਕਿ ਜ਼ਿਆਦਾਤਰ ਜਿਹੜਾ ਤੁਹਾਡਾ ਸਿਲੇਬਸ ਹੈ 80% ਲਗਭਗ ਉਹੀ ਰਹੇਗਾ, 20% ਚੇਂਜ ਹੋ ਸਕਦਾ ਹੈ, ਠੀਕ ਹੈ। ਦੇਖੋ ਪਿਛਲੀ ਵਾਰੀ ਕੀ ਹੋਇਆ ਸੀ, ਜੋ ਤੁਹਾਡਾ ਸਿਲੇਬਸ ਜਾਰੀ ਹੋਇਆ ਸੀ, ਮਤਲਬ ਸਿਲੇਬਸ ਦਾ ਆਲਰੇਡੀ ਪਤਾ ਹੀ ਸੀ, ਮਤਲਬ ਪੇਪਰ ਦੀ ਜੋ ਤਰੀਕ ਆਈ ਸੀ ਉਸ ਤੋਂ ਬਾਅਦ ਉਹਨਾਂ ਨੇ ਮਹੀਨੇ ਇੱਕ ਦਾ ਸਮਾਂ ਦਿੱਤਾ ਸੀਗਾ, ਠੀਕ ਹੈ। ਫਿਰ ਉਨੇ ਕੁ ਮਹੀਨੇ ਵਿੱਚ ਹਫੜਾ ਦਫੜੀ ਹੋ ਜਾਂਦੀ ਹੈ ਅਤੇ ਇੰਨੀ ਜਲਦੀ ਜਿਹੜੀ ਤਿਆਰੀ ਉਹ ਕੈਂਡੀਡੇਟ ਨਹੀਂ ਕਰ ਪਾਉਂਦਾ, ਠੀਕ ਹੈ। ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ, ਜੇਕਰ ਸਿਲੇਬਸ ਵਿੱਚ ਕੁਝ ਚੇਂਜਸ ਵੀ ਆਉਂਦੇ ਨੇ ਤਾਂ ਇਹ ਮੰਨ ਕੇ ਚੱਲੋ ਕਿ ਜੇ ਤੁਸੀਂ 100% ਪੜ੍ਹ ਵੀ ਲਿਆ ਤਾਂ 20% ਚੇਂਜਸ ਆ ਸਕਦੇ ਨੇ। ਤਾਂ ਜਦੋਂ ਤੱਕ ਸਿਲੇਬਸ ਜਾਰੀ ਹੋਵੇਗਾ, ਪੇਪਰ ਦੀ ਤਰੀਕ ਆਵੇਗੀ, 80% ਤਾਂ ਤੁਸੀਂ ਪੜ੍ਹਿਆ ਹੋਵੇਗਾ ਨਾ। ਜਿਹੜਾ 20% ਤੁਸੀਂ ਮਤਲਬ ਕਿ ਜਿਹੜਾ ਸਿਲੇਬਸ ਚੇਂਜ ਹੋਵੇਗਾ, ਸਿਰਫ ਤੁਸੀਂ ਓਨਾ ਕੀ ਪੜ੍ਹਨਾ ਹੋਊਗਾ ਫਿਰ ਰਹਿੰਦੇ ਟਾਈਮ ਵਿੱਚ, ਠੀਕ ਹੈ। ਜੇਕਰ ਤੁਸੀਂ ਪੇਪਰ ਦੀ ਤਰੀਕ ਦੀ ਵੇਟ ਕਰ ਰਹੇ ਹੋ, ਠੀਕ ਹੈ, ਤੁਸੀਂ ਕੁਝ ਤਿਆਰੀ ਨਹੀਂ ਕਰ ਰਹੇ ਵੀ ਪੇਪਰ ਦੀ ਤਰੀਕ ਆਵੇਗੀ ਇਸ ਤੋਂ ਉਦੋਂ ਹੀ ਪੜ੍ਹਨਾ ਹੈ, ਐਂ ਸੋਚ ਕੇ ਦੇਖੋ, ਉਦੋਂ ਤੁਹਾਨੂੰ ਫਿਰ ਸਾਰਾ ਪੜ੍ਹਨਾ ਪਏਗਾ 100%। ਜੇ ਹੁਣ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈ, ਖੁੱਲ੍ਹੇ ਸਮੇਂ ਵਿੱਚ ਕੀ ਹੁੰਦਾ ਹੈ, ਖੁੱਲ੍ਹੇ ਸਮੇਂ ਵਿੱਚ ਬੰਦਾ ਆਸਾਨੀ ਨਾਲ ਆਰਾਮ ਨਾਲ ਜਿਹੜਾ ਆਪਣੀ ਤਿਆਰੀ ਕਰ ਪਾਉਂਦਾ ਹੈ, ਠੀਕ ਹੈ। ਜਦੋਂ ਪੇਪਰ ਬਿਲਕੁਲ ਕਹਿ ਦਿੰਦੇ ਆ ਵੀ ਕਿ ਦਿਨ ਬੰਨ ਹੋ ਗਏ, ਉਹ ਫਿਰ ਬਹੁਤ ਹਫੜਾ ਦਫੜੀ ਹੋ ਜਾਂਦੀ। ਉਨੇ ਕੁ ਟਾਈਮ ਵਿੱਚ ਨਾ ਤਾਂ ਤੁਸੀਂ ਚੰਗੀ ਤਰ੍ਹਾਂ ਆਪਣੀ ਤਿਆਰੀ ਕਰ ਪਾਓਗੇ, ਨਾ ਹੀ ਤੁਸੀਂ ਟੈਸਟ ਦੇ ਪਾਓਗੇ, ਨਾ ਹੀ ਤੁਸੀਂ ਕੋਈ ਮੌਕ ਟੈਸਟ ਕਰ ਪਾਓਗੇ ਫਿਰ ਉਨੇ ਕੁ ਟਾਈਮ ਵਿੱਚ, ਠੀਕ ਹੈ। ਇਸ ਕਰਕੇ ਹੁਣੇ ਤੋਂ ਹੀ ਆਪਣੀ ਜਿਹੜੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਸ਼ੁਰੂ ਕਰ ਦੇਵੋ। ਇਹ ਨਾ ਸੋਚੋ ਕਿ ਹਲੇ ਕੋਈ ਸਿਲੇਬਸ ਨਹੀਂ ਆਇਆ, ਕੋਈ ਪੇਪਰ ਦੀ ਤਰੀਕ ਨਹੀਂ ਆਈ, ਕਿਉਂਕਿ ਡਿਪਾਰਟਮੈਂਟ ਦਾ ਕੋਈ ਪਤਾ ਨਹੀਂ ਇਹ ਤਰੀਕ ਦੇ ਕੇ ਮਹੀਨੇ ਦੇ ਵਿੱਚ ਪੇਪਰ ਲੈ ਲੈਣ। ਇਸ ਕਰਕੇ ਹੁਣ ਤੁਹਾਡੇ ਕੋਲ ਖੁੱਲ੍ਹਾ ਸਮਾਂ, ਜਦੋਂ ਤੱਕ ਹਾਲੇ ਤੱਕ ਸਿਲੇਬਸ ਨਹੀਂ ਆਉਂਦਾ, ਤਰੀਕ ਨਹੀਂ ਆਉਂਦੀ, ਉਨੇ ਕੁ ਟਾਈਮ ਵਿੱਚ ਜੋ ਸਿਲੇਬਸ ਸਾਨੂੰ ਪਤਾ ਹੈ ਕਿ 100% ਇਹ ਸਿਲੇਬਸ ਤਾਂ ਲਗਭਗ ਆਉਣਾ ਹੀ ਹੈ ਪੇਪਰ ਵਿੱਚ, ਠੀਕ ਹੈ, ਉਨੇ ਕੁ ਦੀ ਤਿਆਰੀ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ। ਉਨੇ ਕੁ ਦੀ ਤਿਆਰੀ ਜਿਹੜੀ ਤੁਸੀਂ ਆਪਣੀ ਕਰ ਲਵੋ। ਬਾਕੀ ਜਦੋਂ ਫਾਈਨਲ ਸਿਲੇਬਸ ਆ ਜਾਵੇਗਾ ਫਿਰ ਉਸ ਮੁਤਾਬਕ ਜਿੰਨਾ ਕੁ ਤੁਹਾਡਾ ਰਹਿ ਜਾਵੇਗਾ ਪਾਰਟ, ਉਨੇ ਕੁ ਰਹਿੰਦੇ ਟਾਈਮ ਵਿੱਚ ਫਿਰ ਤੁਸੀਂ ਉਹ ਜਿਹੜਾ ਕਵਰ ਕਰ ਪਾਓਗੇ, ਠੀਕ ਹੈ। ਹੁਣ ਪਿਛਲੇ 10-12 ਮਿੰਟ ਤੋਂ ਮੈਂ ਲਗਾਤਾਰ ਬੋਲ ਰਿਹਾ, ਬਾਰ-ਬਾਰ ਕਹਿ ਰਿਹਾ ਕਿ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿਓ, ਠੀਕ ਹੈ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਹੋਈਆਂ ਨੇ। ਪਿਛਲੀ ਵਾਰੀ ਕੈਂਡੀਡੇਟ ਨੇ ਜਦੋਂ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਸੀਗੇ, ਠੀਕ ਹੈ, ਉਹਨਾਂ ਨੇ ਕੀ ਕੀਤਾ ਕਿ ਬਹੁਤ ਕੈਂਡੀਡੇਟ ਨੇ ਇੱਕਦਮ ਮਤਲਬ ਕਿ 1 ਮਹੀਨੇ ਵਿੱਚ ਮਤਲਬ ਕਿ ਜਦੋਂ ਪੇਪਰ ਦੀ ਤਰੀਕ ਅਨਾਊਂਸ ਹੋ ਗਈ ਫਿਰ ਤਿਆਰੀ ਕਰਨੀ ਸ਼ੁਰੂ ਕੀਤੀ। ਫਿਰ ਕੀ ਹੁੰਦਾ ਹੈ, ਉਨੇ ਕੁ ਟਾਈਮ ਵਿੱਚ ਨਾ ਤਾਂ ਤਿਆਰੀ ਕਰ ਪਾਏ ਉਹ, ਠੀਕ ਹੈ। ਬਹੁਤ ਕੈਂਡੀਡੇਟ ਹੈ ਜਿਹੜੇ ਸਾਡੇ ਇੱਦਾਂ 1-1, 2-2 ਨੰਬਰਾਂ ਤੋਂ ਰਹੇ ਹੈ। ਜਿਹੜੇ ਸਾਡੇ ਕੈਂਡੀਡੇਟ ਸਕਸੈਸ ਮਤਲਬ ਕਿ ਜਿਨ੍ਹਾਂ ਨੂੰ ਮਿਲੀ ਹੈ, ਜਿਨ੍ਹਾਂ ਦਾ ਪੇਪਰ ਕਲੀਅਰ ਹੋਇਆ ਹੈ, ਠੀਕ ਹੈ, ਉਹ ਸਾਰੇ ਕੈਂਡੀਡੇਟ ਲਗਭਗ ਜ਼ਿਆਦਾਤਰ ਉਹ ਕੈਂਡੀਡੇਟ ਸਨ ਜਿਹੜੇ ਕਿ 3-4 ਮਹੀਨੇ ਪਹਿਲਾਂ ਜਿਹੜੀ ਤਿਆਰੀ ਜਿਨ੍ਹਾਂ ਨੇ ਸ਼ੁਰੂ ਕਰਤੀ ਸੀਗੀ। ਫਿਰ ਇੰਨੇ ਕੁ ਨਾਲ ਇਹ ਫਾਇਦਾ ਹੋ ਜਾਂਦਾ ਹੈ ਕਿ ਤੁਹਾਡਾ ਮਤਲਬ ਕਿ ਇੱਕ ਜਿਹੜੀ ਲਾਈਨ ਬਣੀ ਹੁੰਦੀ ਹੈ, ਠੀਕ ਹੈ, ਤੁਸੀਂ ਸਿਲੇਬਸ ਮੰਨ ਲਓ ਜਦੋਂ ਤੁਹਾਡਾ ਪੇਪਰ ਦੀ ਤਰੀਕ ਆਉਂਦੀ ਹੈ, ਤੁਸੀਂ ਪਹਿਲਾਂ ਹੀ ਸਿਲੇਬਸ ਕਵਰ ਕਰ, ਫਿਰ ਪੇਪਰ ਦੀ ਤਰੀਕ ਆਉਣ 'ਤੇ ਕੈਂਡੀਡੇਟ ਜਿਹੜਾ ਉਹ ਚੰਗੀ ਤਰ੍ਹਾਂ ਰਿਵੀਜ਼ਨ ਕਰ ਸਕਦਾ ਹੈ। ਕਿਉਂਕਿ ਇਸ ਪੇਪਰ ਵਿੱਚ ਜਿਹੜੀ ਤੁਹਾਡੀ ਰਿਵੀਜ਼ਨ ਬਹੁਤ ਜ਼ਰੂਰੀ ਹੈ, ਕਿਉਂਕਿ ਇੱਦਾਂ ਹੁੰਦਾ ਹੈ ਕਿ ਤੁਹਾਡੀ ਤਿਆਰੀ ਤਾਂ ਬਹੁਤ ਵਧੀਆ ਕੀਤੀ ਹੁੰਦੀ ਹੈ, ਪਰੰਤੂ ਰਿਵਾਈਜ਼ ਨਾ ਕਰਨ ਕਰਕੇ ਤੁਸੀਂ ਪੇਪਰ ਵਿੱਚ ਜਾ ਕੇ ਜਿਹੜਾ 76 ਦੀ ਜਗ੍ਹਾ 77 ਲਗਾ ਦਿੰਦੇ ਹੋ, 77 ਦੀ ਜਗ੍ਹਾ 78 ਲਗਾ ਦਿੰਦੇ ਹੋ। ਇੱਦਾਂ ਜਿਹੜੇ ਕੈਂਡੀਡੇਟ ਬਹੁਤ ਕੁਐਸਚਨ ਗਲਤ ਕਰਦੇ ਆ, ਕਿਉਂਕਿ ਰਿਵੀਜ਼ਨ ਵੀ ਬਹੁਤ ਜ਼ਰੂਰੀ ਹੈ, ਠੀਕ ਹੈ। ਜੇਕਰ ਤੁਸੀਂ ਹੁਣ ਪਹਿਲਾਂ ਹੀ ਤਿਆਰੀ ਕਰ ਲਓਗੇ ਤਾਂ ਤੁਹਾਨੂੰ ਰਿਵੀਜ਼ਨ ਕਰਨ ਨੂੰ ਲੰਬਾ ਜਿਹੜਾ ਸਮਾਂ ਮਿਲ ਜਾਵੇਗਾ, ਤਾਂ ਤੁਸੀਂ ਉਨੇ ਕੁ ਸਮੇਂ 'ਚ ਆਪਣੀ ਚੰਗੀ ਤਰ੍ਹਾਂ ਰਿਵੀਜ਼ਨ ਕਰ ਸਕਦੇ ਹੋ। ਚੰਗੀ ਤਰ੍ਹਾਂ ਜਿਹੜੇ ਅਸੀਂ ਟੈਸਟ ਪਾਏ ਨੇ ਉਹ ਟੈਸਟ ਦੇ ਸਕਦੇ ਹੋ। ਜਿਹੜੇ ਉਹਨਾਂ ਫਿਰ ਜਿਹੜਾ ਲਾਸਟ ਟਾਈਮ ਹੈ ਤੁਹਾਡਾ, ਸਿਰਫ ਉਹ ਤਾਂ ਇਹ ਹੋਣਾ ਚਾਹੀਦਾ ਹੈ ਕਿ ਜਿਹੜੇ ਤੁਹਾਡੇ ਵੀਕ ਸੈਕਸ਼ਨ ਨੇ ਜਾਂ ਜਿਹੜੇ ਤੁਹਾਨੂੰ ਲੱਗ ਰਿਹਾ ਹੈ ਕਿ ਕਮੀਆਂ ਹੈ ਵੀ ਆਹ ਸੈਕਸ਼ਨ ਮੇਰਾ ਕਮਜ਼ੋਰ ਰਹਿ ਰਿਹਾ ਹੈ, ਤਾਂ ਸਿਰਫ ਉਹ ਜਿਹੜੇ ਕਵਰ ਕਰੋ ਉਨੇ ਕੁ ਟਾਈਮ ਵਿੱਚ, ਠੀਕ ਹੈ। ਅਤੇ ਹੁਣ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਕਿ ਤਿਆਰੀ ਜਿਹੜੀ ਤੁਸੀਂ ਆਪਣੀ ਸ਼ੁਰੂ ਕਰ ਦੇਵੋ, ਠੀਕ ਹੈ। ਬਾਕੀ ਰਹੀ ਗੱਲ ਕੋਰਸ ਦੀ, BPT 2024 ਦਾ ਜਿਹੜੇ ਕੈਂਡੀਡੇਟ ਨੇ ਕੋਰਸ ਲਿਆ ਹੈ ਉਹ ਤਾਂ ਆਲਰੇਡੀ ਤਿਆਰੀ ਕਰ ਹੀ ਰਹੇ ਹਨ। ਜਿਹੜੇ ਕੈਂਡੀਡੇਟ ਨਵੇਂ ਹਨ, ਕੋਰਸ ਲੈਣਾ ਚਾਹੁੰਦੇ ਹਨ, ਤਾਂ ਉਹ ਸਾਨੂੰ WhatsApp ਕਰ ਸਕਦੇ ਹਨ 90 418 15 272 ਉੱਤੇ, ਠੀਕ ਹੈ। ਅੱਜ ਦੀ ਵੀਡੀਓ ਵਿੱਚ ਹੁਣ ਇੰਨਾ ਹੀ, ਧੰਨਵਾਦ।